ਇੱਥੇ ਉਹ ਬੰਦਾ ਆਇਆ ਹੋਇਆ ਮੁਹੰਮਦ ਨਵਾਜ਼ ਹਾਫਜ਼ਾਬਾਦ ਵਾਲਾ, ਖੜਾ ਹੋ ਕੇ ਤੇ ਦੱਸਿਆ ਇਹਨਾਂ ਨੂੰ, ਮੈਂ ਵੇਖਿਆ ਤਾਂ ਪਤਾ ਨਹੀਂ ਐ ਬੈਠ, ਇਹਦਾ ਬਾਪ ਆ, ਬੈਠ ਜਾਓ। ਉਹਦੀ ਉਮਰ ਆਈ 105 ਸਾਲ। ਉਹ ਆਇਆ ਮੇਰੇ ਕੋਲ ਤੇ ਹੇਠਾਂ ਬਵਣ ਲੱਗ ਪਿਆ ਥੱਲੇ। ਮੈਂ ਉਹਨੂੰ ਆਖਿਆ ਨਹੀਂ ਬਜ਼ੁਰਗੋ ਇੱਥੇ ਮੇਰੇ ਕੋਲ ਬਹਿ ਜਾ। ਹੱਥ ਚੁੰਮਣ ਨਾਲ ਕਿਸੇ ਦੀ ਸ਼ਾਨ ਵੱਧ ਨਹੀਂ ਜਾਂਦੀ। ਲੋਕਾਂ ਨੂੰ ਥੱਲੇ ਬਿਠਾ ਕੇ ਤੇ ਆਪ ਉੱਤੇ ਬਵਣ ਨਾਲ ਕੋਈ ਕਿਸੇ ਦਾ ਰੁਤਬਾ ਵੱਧ ਨਹੀਂ ਜਾਂਦਾ। ਇਹ ਇੱਕ ਅਦਬ ਦੀ ਗੱਲ ਹੁੰਦੀ ਹੈ ਤੇ ਅਦਬ ਕਰੇ ਤਾਂ ਚੰਗੀ ਗੱਲ, ਲੇਕਿਨ ਕੋਈ ਚੀਜ਼ ਵੀ ਹੱਦ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਉਹ ਥੱਲੇ ਬਵਣ ਲੱਗਾ। ਮੈਂ ਉਹਨੂੰ ਆਖਿਆ ਬਜ਼ੁਰਗੋ ਇੱਥੇ ਮੇਰੇ ਕੋਲ ਆ ਜਾਓ। ਆਂਦਾ ਨਹੀਂ ਜੀ। ਮੈਂ ਫਿਰ ਉਹਦੇ ਵਾਸਤੇ ਨਾ ਪੀੜੀ ਕੇ ਕੁਰਸੀ ਮੰਗਾਈ। ਮੈਂ ਕਿਹਾ ਜੇ ਤੈਨੂੰ ਅਦਬ ਦਾ ਖਿਆਲ ਹੈ ਤਾਂ ਮੈਨੂੰ ਵੀ ਤਾਂ ਹੈ ਨਾ ਵੀ ਤੂੰ ਇਤਨੀ ਉਮਰ ਹੈ ਤੇਰੀ ਤੇ ਬਹਿ। ਮੈਂ ਪੁੱਛਿਆ ਬਾਬਾ ਤੇਰੀ ਉਮਰ ਕਿਤਨੀ ਹੈ? ਆਂਦਾ 105 ਸਾਲ। ਮੈਂ ਕਿਹਾ ਤੇਰੇ ਨਾਲ ਦਾ ਤੁਹਾਨੂੰ ਕੋ ਨਾ ਹੋਸੀ ਇੱਥੇ? ਆਂਦਾ ਨਹੀਂ 4 ਬੰਦੇ ਇਸੇ ਪਿੰਡ ਚ ਹਨ। ਮੈਂ ਆਖਿਆ ਬਾਬਾ ਤੂੰ ਉਹ ਬੰਦੇ ਵੇਖੇ ਜਿਹੜੇ ਅਸਾਂ ਨਾ ਵੇਖੇ, ਆਏ ਵੀ ਤੂੰ ਵੇਖੇ ਨੇ ਜਿਹੜੇ ਅਸਾਂ ਵੇਖੇ ਨੇ। ਉਹ ਬੰਦੇ ਚੰਗੇ ਹਨ ਕਿ ਇਹ ਚੰਗੇ ਨੇ? ਉਸ ਬਾਬੇ ਨੇ ਸਿਰ ਫੇਰਿਆ। ਆਂਦਾ ਜੀ ਛੱਡੋ ਪਰਾਂ, ਔਰ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ। ਮੈਂ ਪੁੱਛਿਆ ਦੱਸ ਤਾਂ ਸਹੀ ਚੰਗੇ ਕਿਹੜੇ ਹਨ? ਉਹ ਆਂਦਾ ਜੀ ਉਹ ਬੜੇ ਹੀ ਚੰਗੇ ਹਨ। ਹੁਣ ਮੈਂ ਉਹਨੂੰ ਆਖਿਆ ਬਾਬਾ ਉਹ ਕਿਵੇਂ ਚੰਗੇ ਹਨ? ਉਹਨਾਂ 'ਚ ਤਾਂ 5 ਵੀ ਕੋ ਨਾ ਪੜਿਆ ਹੁੰਦਾ। ਹੁਣ ਤਾਂ ਐਮਏ ਤੱਕ ਬੱਚੀਆਂ ਵੀ ਪੜੀਆਂ ਆਈਆਂ ਨੇ। ਉਹ ਬਾਬੇ ਸਮਝਿਆ ਸ਼ਾਇਦ ਮੈਂ ਗਲਤ ਗੱਲ ਆਖ ਬੈਠਾ। ਉਸ ਆਖਿਆ ਜੀ ਇਹ ਮੈਨੂੰ ਨਹੀਂ ਪਤਾ। ਉਹਨਾਂ ਲੋਕਾਂ ਵਿੱਚ ਹਯਾ ਹੁੰਦਾ, ਉਹਨਾਂ ਵਿੱਚ ਅਦਬ ਹੁੰਦਾ। ਉਹ ਆਪਣੇ ਮਾਂ ਪਿਓ ਕੋਲ ਡਰਦੇ ਹਨ। ਇਹ ਜਿਹੜੇ ਐਮਏ ਦੱਸਦਾ ਪਿਆ ਇਹਨਾਂ ਕੋਲ ਮਾਂ ਪਿਓ ਡਰਦਾ ਹੀ। ਅਗਾਂ ਤੂੰ ਖੁਦ ਵੇਖ ਲੈ ਵੀ ਚੰਗੇ ਕਿਹੜੇ। ਦੋਸਤੋ ਪਹਿਲਾਂ ਵੇਖੋ ਖਾਂ ਮੈਨੂੰ ਤਾਂ ਸੱਚਾ ਮਾਲੂਮ ਹੁੰਦਾ। ਤਲੀਮ ਤੇਰੇ ਕੋਲ ਜ਼ਿਆਦਾ ਹੈ, ਅਦਬ ਕੋਈ ਨਹੀਂ।